हेलो स्टूडेंट्स, दिस इज अजीतपाल सिंह फ्रॉम अपोलो अकेडमी संगरूर। ਹੁਣ तक बेटा ਆਪਾਂ ਰੈਸਪੀਰੇਸ਼ਨ ਬਾਰੇ ਕਾਫੀ ਕੁਝ ਡਿਸਕਸ ਕਰ ਚੁੱਕੇ ਹਾਂ। ਬਸ ਆਪਣਾ ਲਾਸਟ ਟਾਪਿਕ ਰਹਿ ਗਿਆ ਰੈਸਪੀਰੇਸ਼ਨ ਦਾ, ਦੈਟ ਇਜ਼ ਐਕਸਚੇਂਜ ਆਫ ਗੈਸਿਸ। ਐਕਸਚੇਂਜ ਆਫ ਗੈਸਿਸ ਇਨ ਹਿਊਮਨ ਬੀਇੰਗ, ਠੀਕ ਹੈ ਜੀ। ਤਾਂ ਆਪਾਂ ਸਾਰਾ ਸਿਸਟਮ ਦੇਖਦੇ ਹਾਂ ਕੀ ਹੁੰਦਾ, ਕਿਵੇਂ ਆਪਣੇ ਹਰੇਕ ਸੈੱਲ ਨੂੰ ਕੀ ਚਾਹੀਦੀ ਆ, ਆਕਸੀਜਨ ਚਾਹੀਦੀ ਆ ਭੋਜਨ ਉਹ ਕਰਨ ਵਾਸਤੇ, ਏਟੀਪੀ ਮੋਲੀਕਿਊਲ ਜਨਰੇਟ ਕਰਨ ਵਾਸਤੇ, ਠੀਕ ਹੈ ਜੀ, એનર્ਜੀ ਬਣਾਉਣ ਵਾਸਤੇ। ਤਾਂ ਉਹ ਆਕਸੀਜਨ ਕਿੱਥੋਂ ਆਉਂਦੀ ਆ? ਓਬਵੀਅਸਲੀ ਉਹ ਆਕਸੀਜਨ ਲੰਗਸ ਚੋਂ ਆਉਂਦੀ ਆ। ਲੰਗਸ ਤੋਂ ਕਿਵੇਂ ਟਰਾਂਸਪੋਰਟ ਹੁੰਦੀ ਆ ਆਪਣੇ ਬਲੱਡ ਤੱਕ, ਠੀਕ ਹੈ ਜੀ। ਤਾਂ ਉਹਦੇ ਲਈ ਆਪਾਂ ਇੱਕ ਐਨਾਲੋਜੀ ਦੇਖਦੇ ਹਾਂ। ਫੋਰ ਐਗਜ਼ਾਮਪਲ ਇਹ ਮੇਰਾ ਐਲਵੋਲਾਈ ਸੈਕ ਆ, ਠੀਕ ਆ। ਆਪਾਂ ਨੂੰ ਪਤਾ ਆਪਣਾ ਜਿਹੜਾ ਜਿੱਥੇ ਟਰਾਂਸਪੋਰਟੇਸ਼ਨ ਹੁੰਦੀ ਆ, ਜਿੱਥੇ ਐਕਸਚੇਂਜ ਆਫ ਗੈਸਿਸ ਹੁੰਦਾ, ਉਹ ਐਲਵੋਲਾਈ ਦੇ ਵਿੱਚ ਹੁੰਦਾ। ਤਾਂ ਬੇਟਾ ਇਹ ਐਲਵੋਲਾਈ ਜਿਹੜੀ ਕੈਵਿਟੀ ਆ, ਇਹ ਐਲਵੋਲਾਈ ਇੱਥੇ ਆਕਸੀਜਨ ਹੈ, ਠੀਕ ਹੈ। ਕੀ ਹੋ ਰਿਹਾਗਾ, ਇਹਦੀ ਜਿਹੜੀ ਥਿਕਨੈਸ ਆ ਨਾ, ਉਹ ਸਿੰਗਲ ਸੈਲ ਥਿਕਨੈਸ ਆ, ਬਹੁਤ ਮਹੀਨ ਥਿਕਨੈਸ ਹੈ ਇਹਦੀ। ਮਤਲਬ ਸਿਰਫ ਇੱਕ ਸੈੱਲ ਥਿਕ ਜਿੰਨੀ ਹੈ, ਠੀਕ ਹੈ। ਨੰਬਰ ਆਫ ਸੈਲਸ ਨੇ ਬਟ ਉਹਦੀ ਬਹੁਤ ਪਤਲੀ ਬਰੀਕ ਆ, ਉਹ ਬਹੁਤ ਇਹਦੀ ਥਿਕਨੈਸ ਆ ਬਹੁਤ ਘੱਟ ਹੈ, ਜਿਹਦੇ ਵਿੱਚੋਂ ਗੈਸਿਸ ਐਕਸਚੇਂਜ ਹੋ ਸਕਦੀਆਂ ਨੇ, ਠੀਕ ਹੈ। ਬਾਏ ਦਾ ਪ੍ਰੋਸੈਸ ਆਫ ਡਿਫਿਊਜ਼ਨ ਗੈਸਿਸ ਐਕਸਚੇਂਜ ਹੋ ਸਕਦੀਆਂ ਨੇ। ਇਹ ਕਿਹਦੇ ਦੁਆਰਾ ਘਿਰੀ ਹੁੰਦੀ ਆ? ਇਹ ਘਿਰੀ ਹੁੰਦੀ ਹੈਗੀ ਬੇਟਾ ਬਲੱਡ ਕੈਪਿਲਰੀਜ਼ ਦੁਆਰਾ। ਬਲੱਡ ਕੈਪਿਲਰੀਜ਼ ਕੀ ਹੁੰਦੇ ਨੇ? ਆਰਬੀਸੀ ਹੁੰਦੇ ਨੇ, ਆਬਵੀਅਸਲੀ ਆਰਬੀਸੀ ਹੁੰਦੇ ਨੇ। ਪਹਿਲਾਂ ਜਿਹੜੇ ਫੋਰ ਐਗਜ਼ਾਮਪਲ ਇਧਰਲੇ ਪਾਸੋਂ ਜਿਹੜੇ ਆਰਬੀਸੀ ਆ ਰਹੇ ਨੇ, ਉਹ ਵਿਦਆਊਟ ਆਕਸੀਜਨ ਆ ਰਹੇ ਨੇ। ਉਹ ਕੀ ਆ ਰਹੇ ਨੇ? ਵਿਦਆਊਟ ਆਕਸੀਜਨ। ਹੁਣ ਇਹਨਾਂ ਉੱਪਰ ਆਕਸੀਜਨ ਨਹੀਂ ਹੈਗੀ, ਇਹਨਾਂ ਉੱਪਰ ਹੀਮੋਗਲੋਬਿਨ ਹੈਗਾ, ਜਿਹਨੇ ਕੀ ਕੈਰੀ ਕੀਤੀ ਹੋਈ ਆ? ਕਾਰਬਨ ਡਾਈਆਕਸਾਈਡ। ਇੱਥੇ ਆਕਸੀਜਨ CO2 ਕੈਰੀ ਕੀਤੀ ਹੋਈ ਹੈ ਇਹਨਾਂ ਨੇ ਇੱਥੇ ਤੱਕ। ਇੱਥੇ ਕੀ ਹੋਇਆ? ਇੱਥੇ ਹੁਣ ਆਕਸੀਜਨ ਸੀ, ਇੱਥੇ ਆਕਸੀਜਨ ਜ਼ਿਆਦਾ ਸੀ, ਇਹਦੇ ਉੱਤੇ ਕਾਰਬਨ ਡਾਈਆਕਸਾਈਡ ਸੀ, CO2 ਸੀ। ਕਾਰਬਨ ਡਾਈਆਕਸਾਈਡ ਨੇ ਦੇਖਿਆ ਵੀ ਇੱਧਰ ਕਾਰਬਨ ਡਾਈਆਕਸਾਈਡ ਦੀ ਕੀ ਘੱਟ ਹੈ ਕੰਸੈਂਟ੍ਰੇਸ਼ਨ, ਕਾਰਬਨ ਡਾਈਆਕਸਾਈਡ ਇੱਧਰ ਨੂੰ ਚਲੀ। ਆਕਸੀਜਨ ਨੇ ਦੇਖਿਆ ਵੀ ਇੱਥੇ ਆਕਸੀਜਨ ਹੈ ਨਹੀਂ, ਕਿਉਂਕਿ ਬੇਟਾ ਜਿਹੜਾ ਹੀਮੋਗਲੋਬਿਨ ਆ ਨਾ, ਉਹਦੀ ਆਕਸੀਜਨ ਨਾਲ ਜਿਹੜੀ ਅਫਿਨਿਟੀ ਆ ਉਹ ਕਾਰਬਨ ਡਾਈਆਕਸਾਈਡ ਤੋਂ ਜ਼ਿਆਦਾ ਆ। ਮਤਲਬ ਹੀਮੋਗਲੋਬਿਨ ਦੇ ਸਾਹਮਣੇ ਜੇ ਇੱਕ ਕਾਰਬਨ ਡਾਈਆਕਸਾਈਡ ਪਈ ਆ, ਇੱਕ ਆਕਸੀਜਨ ਗੈਸ ਪਈ ਆ, ਤਾਂ ਹੀਮੋਗਲੋਬਿਨ ਪਹਿਲਾਂ ਕਿਹਦੇ ਕੋਲ ਜਾਊਗਾ ਜਾਂ ਫਿਰ ਪਹਿਲਾਂ ਕਿਹਨੂੰ ਐਬਜ਼ੌਰਬ ਕਰੂਗਾ? ਉਹ ਐਬਜ਼ੌਰਬ ਕਰੂਗਾ ਆਕਸੀਜਨ, ਠੀਕ ਹੈ। ਤਾਂ ਉਹ ਆਕਸੀਜਨ ਨੂੰ ਕਰੂਗਾ ਐਬਜ਼ੌਰਬ। ਇਹਦਾ ਮਤਲਬ ਜੇ ਉਹਨੇ ਆਕਸੀਜਨ ਨੂੰ ਐਬਜ਼ੌਰਬ ਕਰਨਾ ਇੱਥੇ ਇਸ ਲੈਵਲ ਤੇ, ਤਾਂ ਉਹਨੂੰ ਕਾਰਬਨ ਡਾਈਆਕਸਾਈਡ ਨੂੰ ਕੀ ਕਰਨਾ ਪਊਗਾ? ਛੱਡਣਾ ਪਊਗਾ। ਉਹ ਕਾਰਬਨ ਡਾਈਆਕਸਾਈਡ ਨਿਕਲ ਕੇ ਕਿੱਥੇ ਚਲੀ ਜਾਊਗੀ? ਇੱਥੇ ਚਲੀ ਜਾਊਗੀ, ਐਲਵੀਓਲਰ ਸੈਕ ਚਲੀ ਜਾਊਗੀ ਕਾਰਬਨ ਡਾਈਆਕਸਾਈਡ, ਠੀਕ ਹੈ। ਇਹ ਜਿਹੜੀ ਆਕਸੀਜਨ ਸੀ ਇਹ ਹੀਮੋਗਲੋਬਿਨ ਤੇ ਆ ਗਈ। ਤਾਂ ਇਹਦਾ ਮਤਲਬ ਜਿਹੜੇ ਆਹ ਵਾਲੇ ਹੀਮੋਗਲੋਬਿਨ ਆ ਗਿਆ, ਜਿਹੜਾ ਇਹਦੇ ਉੱਤੇ ਹੀਮੋਗਲੋਬਿਨ ਨੇ, ਹੁਣ ਇਹਨਾਂ ਉੱਤੇ ਕੀ ਆ ਗਈ? ਆਕਸੀਜਨ ਆ ਗਈ। ਆਕਸੀਜਨ ਇਹਨੂੰ ਆਪਾਂ ਕਹਿੰਦੇ ਨੇ ਆਕਸੀ ਹੀਮੋਗਲੋਬਿਨ। ਤਾਂ ਇਸ ਪਰਦੇ ਦੇ ਵਿੱਚੋਂ, ਇਸ ਬਹੁਤ ਹੀ ਜ਼ਿਆਦਾ ਥਿਨ ਪਰਤ ਦੇ ਵਿੱਚੋਂ ਐਕਸਚੇਂਜ ਆਫ ਗੈਸਿਸ ਹੋ ਗਿਆ। ਐਕਸਚੇਂਜ ਆਫ ਗੈਸਿਸ ਕਿਉਂ ਹੋਇਆ? ਡਿਊ ਟੂ ਡਿਫਿਊਜ਼ਨ। ਡਿਫਿਊਜ਼ਨ ਕਰਕੇ ਹੋਇਆ ਬੇਟਾ। ਹੁਣ ਕਾਰਬਨ ਡਾਈਆਕਸਾਈਡ ਬਾਹਰ ਚਲੀ ਜਾਊਗੀ, ਆਕਸੀਜਨ ਅੰਦਰ ਆਈ ਜਾ ਰਹੀ ਆ। ਇਹ ਅੱਗੇ ਕੀ ਚ ਜਾਊ? ਐਲਵੀਓਲਾਈ ਚ ਜਾਊਗੀ ਨਾ, ਐਲਵੀਓਲਾਈ ਤਾਂ ਇਹੀ ਹੈਗਾ। ਅੱਗੇ ਇਹ ਕੀ ਚ ਜਾਊ? ਬ੍ਰੌਂਚੀਓਲਸ ਚ ਜਾਊ, ਫਿਰ ਬ੍ਰੌਂਚੀਅਸ ਚ ਜਾਊਗਾ, ਫਿਰ ਅੱਗੇ ਕਿੱਥੇ ਜਾਊਗਾ? ਆਪਣੇ ਕੋਲ ਟ੍ਰੈਕੀਆ ਚ ਜਾਊ, ਟ੍ਰੈਕੀਆ ਤੋਂ ਬਾਅਦ ਮਤਲਬ ਨੱਕ ਤੋਂ ਬਾਹਰ ਨਿਕਲ ਜੂਗਾ, ਠੀਕ ਹੈ। ਹੁਣ ਕਾਰਬਨ ਡਾਈਆਕਸਾਈਡ ਆਕਸੀਜਨ ਹੈ। ਹੁਣ ਕਈ ਵਾਰ ਨਹੀਂ ਬੇਟਾ, ਜ਼ਿਆਦਾਤਰ ਇਦਾਂ ਹੀ ਹੁੰਦਾ, ਜਿਹੜਾ ਆਪਾਂ ਸਾਹ ਬਾਹਰ ਛੱਡਦੇ ਆ ਉਹ ਪੂਰੇ ਦੀ ਪੂਰੀ ਕਾਰਬਨ ਡਾਈਆਕਸਾਈਡ ਨਹੀਂ ਹੁੰਦੀ। ਆਪਾਂ ਨੂੰ ਲੱਗਦਾ ਵੀ ਉਹ ਸਾਰੀ ਦੀ ਸਾਰੀ ਕਾਰਬਨ ਡਾਈਆਕਸਾਈਡ ਆ, ਉਹਦੇ ਵਿੱਚ ਕੁਝ ਹਿੱਸਾ ਆਕਸੀਜਨ ਦਾ ਵੀ ਹੁੰਦਾ, ਠੀਕ ਹੈ। ਇਹ ਚੀਜ਼ ਯਾਦ ਰੱਖਿਓ। ਜਿੰਨੀ ਆਪਾਂ ਆਕਸੀਜਨ ਅੰਦਰ ਲੈ ਕੇ ਜਾਂਦੇ, ਜਿੰਨੀ ਹਵਾ ਅੰਦਰ ਲੈ ਕੇ ਜਾਂਦੇ ਆ, ਉਹ ਚ ਸਾਰੀ ਆਕਸੀਜਨ ਨਹੀਂ ਟਰਾਂਸਪੋਰਟ ਕਰਦੇ ਆਪਾਂ, ਕੁਝ ਆਕਸੀਜਨ ਬਾਹਰ ਵੀ ਛੱਡ ਦਿੰਦੇ ਆ, ਠੀਕ ਹੈ। ਤਾਂ ਐਕਸਚੇਂਜ ਆਫ ਗੈਸਿਸ, ਪਰ ਇੱਥੇ ਸਿਰਫ ਆਕਸੀਜਨ ਦਾ ਹੁੰਦਾ। ਇੱਥੇ ਐਕਸਚੇਂਜ ਆਫ ਗੈਸਿਸ ਦਾ ਹੁੰਦਾ ਬੇਟਾ ਜੀ, ਆਕਸੀਜਨ ਦਾ ਹੀ ਹੁੰਦਾਗਾ, ਠੀਕ ਹੈ। ਇੱਥੇ ਐਕਸਚੇਂਜ ਆਫ ਗੈਸਿਸ ਆਕਸੀਜਨ ਦਾ ਹੁੰਦਾਗਾ, ਪਰ ਪੂਰੀ ਦੀ ਪੂਰੀ ਆਕਸੀਜਨ ਨਹੀਂ ਐਕਸਚੇਂਜ, ਠੀਕ ਹੈ। ਇਹ ਹੋ ਗਿਆ ਆਪਣਾ ਟਰਾਂਸਪੋਰਟੇਸ਼ਨ ਆਫ ਗੈਸਿਸ ਡਿਊ ਟੂ ਡਿਫਿਊਜ਼ਨ। ਹੁਣ ਆਪਾਂ ਗੱਲ ਕਰਦੇ ਹਾਂ ਕੁਝ ਐਸੀਆਂ ਬਿਮਾਰੀਆਂ ਜਿਹੜੀਆਂ ਰੈਸਪੀਰੇਸ਼ਨ ਨਾਲ ਕੀ ਕਰਦੀਆਂ ਨੇ, ਡੀਲ ਕਰਦੀਆਂ ਨੇ। ਸਭ ਤੋਂ ਪਹਿਲੀ ਬਿਮਾਰੀ ਹੈ ਬੇਟਾ ਅਸਥਮਾ। ਕੀ ਬਿਮਾਰੀ ਹੈ? ਅਸਥਮਾ। ਅਸਥਮਾ ਕੀ ਹੈ? ਅਸਥਮੇ ਦੇ ਵਿੱਚ ਕੀ ਹੁੰਦਾ ਬੇਟਾ? ਜਿਹੜੇ ਤੁਹਾਡੇ ਐਲਵੀਓਲਰ ਸੈਕ ਤੋਂ ਉੱਪਰ ਹੁੰਦੇ ਨੇ, ਠੀਕ ਹੈ, ਬ੍ਰੌਂਚੀਓਲਸ ਹੁੰਦੇ ਨੇ, ਠੀਕ ਹੈ, ਉਹ ਕੀ ਹੋ ਜਾਂਦੇ ਨੇ? ਉਹ ਡੈਮੇਜ ਹੋ ਜਾਂਦੇ ਨੇ, ਉਹਨਾਂ 'ਚ ਸੋਜਸ਼ ਆ ਜਾਂਦੀ ਹੈ, ਉਹਨਾਂ ਦੇ ਵਿੱਚ ਸੋਜਸ਼। ਜਿਵੇਂ ਇਹ ਮੇਰੇ ਕੋਲ ਬ੍ਰੌਂਚੀਓਲ ਦੀ ਵਾਲ ਹੈ, ਵਾਲ ਆਫ ਬ੍ਰੌਂਚੀਓਲ। ਇਹ ਬੇਟਾ ਸੁੱਜ ਜੂ ਮਤਲਬ ਇਨਫਲਾਮੇਸ਼ਨ ਆ ਜੂ, ਇਹ ਮੋਟੀ ਹੋ ਜੂਗੀ, ਇੱਧਰਲੇ ਪਾਸੇ ਵੀ ਮੋਟੀ ਹੋ ਗਈ, ਇੱਧਰਲੇ ਪਾਸੇ ਵੀ ਮੋਟੀ ਹੋ ਗਈ। ਹੁਣ ਦੇਖੋ ਕਿੰਨੀ ਕੁ ਜਗ੍ਹਾ ਰਹਿ ਗਈ ਆਕਸੀਜਨ ਨੂੰ ਲੰਘਣ ਵਾਸਤੇ? ਬਹੁਤ ਘੱਟ ਜਗ੍ਹਾ ਰਹਿ ਗਈ ਆਕਸੀਜਨ ਲੰਘਣ ਵਾਸਤੇ, ਠੀਕ ਹੈ। ਇਹਦੇ ਕਰਕੇ ਕੀ ਹੋ ਜੂ? ਸਾਹ ਲੈਣ 'ਚ ਦਿੱਕਤ ਆ, ਠੀਕ ਹੈ। ਤਾਂ ਕਰਕੇ ਇਹ ਇੱਕ ਪ੍ਰੋਬਲਮ ਹੈ ਜਿਹੜੀ ਇਨਫਲਾਮੇਸ਼ਨ ਕਰਕੇ ਹੋ ਜਾਂਦੀ ਹੈ, ਠੀਕ ਹੈ। ਉਹਨੂੰ ਆਪਾਂ ਅਸਥਮਾ ਕਹਿ ਦਿੰਦੇ ਹਾਂ। ਇਹ ਇਨਫਲਾਮੇਸ਼ਨ ਐਲਰਜੈਟਿਕ ਹੁੰਦੀ ਹੈ ਜ਼ਿਆਦਾਤਰ।
ਕਈ ਵਾਰ ਕਿਸੇ ਨੂੰ ਪੋਲਨ ਗ੍ਰੇਨਸ ਤੋਂ ਐਲਰਜੀ ਹੁੰਦੀ ਆ, ਫਿਰ ਉਹਨੂੰ ਉੱਥੇ ਅਸਥਮਾ ਹੋ ਜਾਂਦਾ, ਉਹਨੂੰ ਐਲਰਜੀ ਹੁੰਦੀ ਆ, ਉਹਦੀਆਂ ਜਿਹੜੀਆਂ ਅੰਦਰ ਨਾੜੀਆਂ ਹੁੰਦੀਆਂ ਨੇ, ਇਹਨਾਂ ਦੀਆਂ ਆਪਣਾ ਬ੍ਰੌਂਚੀਓਲਸ ਹੁੰਦੀਆਂ ਨੇ, ਉਹ ਕੀ ਹੋ ਜਾਂਦੀਆਂ ਨੇ, ਸੁੱਜ ਜਾਂਦੀਆਂ ਨੇ, ਠੀਕ ਹੈ, ਤਾਂ ਉਹਨੂੰ ਅਸਥਮਾ ਕਹਿ ਦਿੰਦੇ ਆ। ਨੈਕਸਟ ਇਜ਼ ਐਮਫਾਈਸੀਮਾ। ਅਗਲੀ ਕੀ ਬਿਮਾਰੀ ਆ ਗਈ ਬੇਟਾ, ਐਮਫਾਈਸੀਮਾ। ਐਮਫਾਈਸੀਮਾ ਕੀ ਹੈ? ਐਮਫਾਈਸੀਮਾ ਦੇ ਵਿੱਚ ਕੀ ਹੁੰਦਾ, ਜਿਹੜਾ ਐਲਵੀਓਲਰ ਸੈਕ ਹੁੰਦਾਗਾ, ਇਹ ਆ ਐਲਵੀਓਲਾਈ ਹੈ, ਇਹ ਡੈਮੇਜ ਹੋ ਜਾਂਦਾ। ਇਹ ਕੀ ਹੋ ਜਾਂਦਾ, ਡੈਮੇਜ ਹੋ ਜਾਂਦਾ, ਇਹ ਚੰਗੀ ਤਰ੍ਹਾਂ ਨਹੀਂ ਰਹਿੰਦਾ, ਇਹ ਡੈਮੇਜ ਹੋ ਜਾਂਦਾ। ਐਲਵੀਓਲਰ ਜਿਹੜਾ ਸੈਕ ਹੁੰਦਾ ਉਹ ਡੈਮੇਜ ਹੋ ਜਾਂਦਾ, ਉਹਦੀ ਜਿਹੜੀ ਉੱਪਰੀ ਪਰਤ ਹੁੰਦੀ ਆ ਬੇਟਾ ਜੀ, ਉਹ ਡੈਮੇਜ ਹੋ ਜਾਂਦੀ ਹੈ। ਤਾਂ ਡੈਮੇਜ ਹੋ ਕੇ ਕੀ ਹੋ ਜਾਂਦਾ, ਐਕਸਚੇਂਜ ਆਫ ਗੈਸਿਸ ਕੀ ਹੋ ਜਾਂਦਾ ਪੁੱਤ, ਮੁਸ਼ਕਿਲ ਹੋ ਜਾਂਦਾ। ਐਕਸਚੇਂਜ ਆਫ ਗੈਸਿਸ ਜਦੋਂ ਮੁਸ਼ਕਿਲ ਹੋ ਜਾਂਦਾ, ਫਿਰ ਆਪਣੀ ਹਰੇਕ ਸੈੱਲ ਤੱਕ ਆਕਸੀਜਨ ਚੰਗੀ ਤਰ੍ਹਾਂ ਨਹੀਂ ਪਹੁੰਚਦੀ, ਉਹਨੂੰ ਆਪਾਂ ਐਮਫਾਈਸੀਮਾ ਕਹਿੰਦੇ ਹਾਂ, ਠੀਕ ਹੈ। ਇੱਕ ਹੋਰ ਬਿਮਾਰੀ ਹੁੰਦੀ ਹੈ, ਉਹ ਬਿਮਾਰੀ ਹੈਗੀ ਆਕੂਪੇਸ਼ਨਲ ਡਿਜ਼ੀਜ਼। ਫੋਰ ਐਗਜ਼ਾਮਪਲ, ਜੇ ਕੋਈ ਧੂੜ ਮਿੱਟੀ 'ਚ ਕੰਮ ਕਰ ਰਿਹਾ ਹੈਗਾ, ਤਾਂ ਉਹਦੇ ਨੱਕ ਦੇ ਥਰੂ ਹੋ ਕੇ ਐਲਵੀਓਲਾਈ ਦੇ ਉੱਤੇ ਕੀ ਹੋਣਗੇ, ਧੂੜ ਮਿੱਟੀ ਚਲੀ ਜਾਊਗੀ, ਠੀਕ ਹੈ। ਤਾਂ ਉਹ ਧੂੜ ਮਿੱਟੀ ਕੀ ਕਰੂਗੀ, ਐਲਵੀਓਲਾਈ ਨੂੰ ਡੈਮੇਜ ਕਰ ਦੂਗੀ, ਉੱਥੇ ਵੀ ਆਪਣੇ ਕੋਲ ਕੀ ਹੋ ਜਾਣਗੀਆਂ, ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ, ਠੀਕ ਹੈ। ਉਹਨੂੰ ਆਪਾਂ ਆਕੂਪੇਸ਼ਨਲ ਰਿਲੇਟਡ ਡਿਜ਼ੀਜ਼ ਕਹਿ ਦਿੰਦੇ ਹਾਂ, ਠੀਕ ਹੈ ਜੀ। ਹੁਣ ਆਪਾਂ ਕੀ ਕਰਦੇ ਬੇਟਾ, ਇਹ ਤਾਂ ਆਪਣਾ ਰੈਸਪੀਰੇਸ਼ਨ ਦਾ ਕੰਮ ਪੂਰਾ ਹੋ ਗਿਆ। ਇੱਕ ਕੁਐਸਚਨ ਰਹਿ ਗਿਆ ਰੈਸਪੀਰੇਸ਼ਨ ਦਾ। ਇੱਕ ਕੁਐਸਚਨ ਹੈ, ਉਹ ਕਹਿੰਦਾ ਜੇ ਕਿਤੇ ਗੈਸ ਜਲ ਰਹੀ ਆ, ਆਪਾਂ ਨੂੰ ਉਸ ਜਗ੍ਹਾ ਤੇ ਸੌਣਾ ਨਹੀਂ ਚਾਹੀਦਾ। ਕਿਉਂ ਨਹੀਂ ਸੌਣਾ ਚਾਹੀਦਾ ਬੇਟਾ? ਜਦੋਂ ਗੈਸ ਜਲਦੀ ਆ ਨਾ, ਉਦੋਂ ਕਾਰਬਨ ਡਾਈਆਕਸਾਈਡ ਤੇ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਆ ਗੈਸ ਵੀ ਨਿਕਲਦੀ ਆ, ਇਹ ਗੈਸ ਵੀ ਨਿਕਲਦੀ ਆ, ਠੀਕ ਹੈ। ਆਪਾਂ ਜਦੋਂ ਸਾਹ ਲੈਂਦੇ ਆ ਨਾ, ਤਿੰਨ ਗੈਸਿਸ ਨੇ ਹੁਣ ਆਪਣੇ ਕਮਰੇ ਦੇ ਵਿੱਚ। ਇੱਕ ਹੈਗੀ ਕਾਰਬਨ ਡਾਈਆਕਸਾਈਡ, ਇੱਕ ਕਾਰਬਨ ਮੋਨੋਆਕਸਾਈਡ, ਇੱਕ ਹੈਗੀ ਆਕਸੀਜਨ ਗੈਸ, ਇੱਕ ਹੈਗੀ ਆਕਸੀਜਨ ਗੈਸ। ਹੁਣ ਜਦੋਂ ਕਮਰੇ ਦੇ ਵਿੱਚ ਆਕਸੀਜਨ ਗੈਸ ਵੀ ਆ, ਹੀਮੋਗਲੋਬਿਨ ਆ ਜਿਹੜਾ ਆਪਣਾ ਆਰਬੀਸੀ ਦੇ ਉੱਤੇ ਕੀ ਹੈ, ਹੀਮੋਗਲੋਬਿਨ, ਇਹਦੇ ਕੋਲ ਤਿੰਨ ਆਪਸ਼ਨਸ ਨੇਗੇ ਵੀ ਇਹ ਕਿਹਨੂੰ ਆਪਦੇ ਨਾਲ ਲੈ ਕੇ ਜਾਊਗਾ। ਤਾਂ ਮੈਂ ਤੁਹਾਨੂੰ ਸਰਪ੍ਰਾਈਜ਼ਿੰਗਲੀ ਦੱਸ ਰਿਹਾ, ਆਕਸੀਜਨ ਤੋਂ ਵੀ ਜ਼ਿਆਦਾ ਇਹ ਕਾਰਬਨ ਮੋਨੋਆਕਸਾਈਡ ਨਾਲ ਬੌਂਡ ਬਣਾਉਂਦਾ। ਮਤਲਬ ਜਿੱਥੇ ਕਾਰਬਨ ਮੋਨੋਆਕਸਾਈਡ ਪ੍ਰੈਜ਼ੈਂਟ ਹੋ, ਉੱਥੇ ਆਕਸੀਜਨ ਨੂੰ ਵੀ ਨਹੀਂ ਆਪਣੇ ਨਾਲ ਲੈ ਕੇ ਜਾਊਗਾ, ਨਾ ਕਾਰਬਨ ਡਾਈਆਕਸਾਈਡ ਨਾਲ ਲੈ ਕੇ ਜਾਊ, ਕਾਰਬਨ ਮੋਨੋਆਕਸਾਈਡ ਨੂੰ ਆਪਣੇ ਨਾਲ ਲੈ ਕੇ। ਮਤਲਬ ਇਹਦੀ ਅਫਿਨਿਟੀ ਹੀਮੋਗਲੋਬਿਨ ਦੀ ਕਾਰਬਨ ਮੋਨੋਆਕਸਾਈਡ ਨਾਲ ਕੀ ਹੁੰਦੀ ਆ, ਜ਼ਿਆਦਾ ਹੁੰਦੀ ਹੈ। ਹੀਮੋਗਲੋਬਿਨ ਦੀ ਜਿਹੜੀ ਅਫਿਨਿਟੀ ਹੁੰਦੀ ਆ, ਉਹ ਕਿਹਦੇ ਨਾਲ ਜ਼ਿਆਦਾ ਹੁੰਦੀ ਆ, ਕਾਰਬਨ ਮੋਨੋਆਕਸਾਈਡ ਨਾਲ ਜ਼ਿਆਦਾ ਹੁੰਦੀ ਆ ਬੇਟਾ, ਹੀਮੋਗਲੋਬਿਨ ਦੀ ਅਫਿਨਿਟੀ। ਹੁਣ ਇਹ ਕੀ ਹੋਊਗਾ, ਕਾਰਬਨ ਮੋਨੋਆਕਸਾਈਡ ਨੂੰ ਇਹ ਲੈ ਗਿਆ ਸੈੱਲ ਦੇ ਵਿੱਚ। ਸੈੱਲ ਦੇ ਵਿੱਚ ਜਾ ਕੇ ਸੈੱਲ ਨੂੰ ਚਾਹੀਦਾ ਕੀ ਆ, ਕਾਰਬਨ ਆਕਸੀਜਨ ਚਾਹੀਦੀ ਆ। ਸੈੱਲ ਨੂੰ ਚਾਹੀਦੀ ਤਾਂ ਆਕਸੀਜਨ ਆ, ਚਲੀ ਕੀ ਗਿਆ ਉਹਦੇ ਵਿੱਚ, ਚਲਾ ਗਿਆ ਉਹਦੇ ਵਿੱਚ ਕਾਰਬਨ ਮੋਨੋਆਕਸਾਈਡ, ਸੈੱਲ ਡੈਡ ਹੋ ਜਾਊਗਾ। ਸੈੱਲ ਡੈਡ ਹੋ ਜੂ ਤਾਂ ਇਨਸਾਨ ਡੈਡ ਹੋ ਜਾਊਗਾ, ਠੀਕ ਹੈ। ਤਾਂ ਕਰਕੇ ਉਹ ਮਰ ਜਾਂਦੇ ਨੇ। ਇੱਕ ਆ ਪਿੱਛੇ ਜੇ ਆਇਆ ਸੀ ਨਿਊ ਈਅਰ ਦੇ ਉੱਤੇ, ਕੁੱਕ ਸੀਗੇ, ਉਹ ਰਸੋਈ 'ਚ ਸੁੱਤੇ ਪਏ ਸੀਗੇ, ਉਹ ਵਿਚਾਰੇ ਰਾਤੋਂ ਰਾਤ 'ਚ ਮਰ ਗਏ। ਰਾਤੋਂ ਰਾਤ ਕਿਉਂ ਮਰ ਗਏ? ਕਿਉਂਕਿ ਜਿੱਥੇ ਉਹ ਉੱਥੇ ਗੈਸ ਜਲ ਰਹੀ ਹੋਊਗੀ, ਉਹ ਗੈਸ ਸੀ ਜਿਹੜੀ ਉਹਦੇ ਵਿੱਚੋਂ ਕਾਰਬਨ ਮੋਨੋਆਕਸਾਈਡ ਨਿਕਲ ਰਹੀ ਹੋਊਗੀ, ਉਹ ਕਾਰਬਨ ਮੋਨੋਆਕਸਾਈਡ ਨੇ ਫਿਰ ਕੀ ਕੀਤਾ ਹੋਊਗਾ, ਉਹ ਹੀਮੋਗਲੋਬਿਨ ਨਾਲ ਚਲੀ ਗਈ ਹੋਊ ਤੇ ਦਮ ਘੁੱਟ ਕੇ ਉਹਨਾਂ ਦੀ ਮੌਤ ਹੋ ਗਈ, ਠੀਕ ਹੈ ਬੇਟਾ। ਤਾਂ ਇਹ ਚੀਜ਼ ਦਾ ਵੀ ਖਾਸ ਕਰ ਰੱਖਣਾ, ਕੁਐਸਚਨ ਆਉਂਦਾ ਕਈ ਵਾਰ, ਠੀਕ ਹੈ। ਕਿਸ ਤਰ੍ਹਾਂ ਆਉਂਦਾ ਗਾ ਇਹ ਆਪਾਂ ਜਦੋਂ ਮੈਂ ਤੁਹਾਨੂੰ ਨੋਟ ਸੈਂਡ ਕਰੂੰਗਾ, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ। ਤਾਂ ਬੇਟਾ ਅੱਜ ਦਾ ਆਪਣਾ ਇਹ ਕੰਮ ਹੋ ਗਿਆ, ਰੈਸਪੀਰੇਸ਼ਨ ਟੌਪਿਕ ਹੋ ਗਿਆ ਆਪਣਾ। ਜਿਹੜੇ ਕੁਐਸਚਨ ਮੈਂ ਤੁਹਾਨੂੰ ਕਹੇ ਨੇ, ਜਿਵੇਂ ਕਹੇ ਨੇ, ਉਹ ਉਸ ਤਰ੍ਹਾਂ ਨਾਲ ਆਉਣਗੇ। ਇਹ 'ਚੋਂ 1 ਮਾਰਕ 2 ਮਾਰਕ 3 ਮਾਰਕ ਤੇ 5 ਮਾਰਕਸ ਕੁਐਸਚਨ ਕੁਝ ਵੀ ਬਣ ਸਕਦਾ, ਇਹ ਸਾਰੇ ਟੌਪਿਕ 'ਚੋਂ, ਠੀਕ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਉਹ ਕਾਰਟਿਲੇਜੀਅਸ ਰਿੰਗ ਵਾਲਾ ਹੁੰਦਾ ਵੀ ਕਾਰਟਿਲੇਜੀਅਸ ਰਿੰਗਸ ਕੀ ਕੰਮ ਕਰਦੀਆਂ ਨੇ, ਲਾਇਰੈਕਸ ਕੀ ਆ, ਫੇਰੈਕਸ ਕੀ ਆ, ਪੂਰਾ ਪਾਥ ਦੱਸੋ, ਕਿੱਥੋਂ ਸ਼ੁਰੂ ਹੁੰਦਾ ਕਿੱਥੇ ਐਂਡ ਹੁੰਦਾ, ਐਲਵੀਓਲਾਈ ਕੀ ਹੁੰਦੀ, ਐਲਵੀਓਲਾਈ ਸੈਕ ਕੀ ਹੁੰਦਾ, ਐਕਸਚੇਂਜ ਆਫ ਗੈਸਿਸ ਕਿਵੇਂ ਕੰਮ ਕਰਦੀਆਂ ਨੇਗੀਆਂ, ਠੀਕ ਹੈ ਬੇਟਾ। ਤਾਂ ਸੈਲੂਲਰ ਰੈਸਪੀਰੇਸ਼ਨ ਕੀ ਆ, ਐਕਸਟਰਨਲ ਰੈਸਪੀਰੇਸ਼ਨ ਕੀ ਆ, ਬਰੀਥਿੰਗ ਕੀ ਆ, ਡਾਇਫਰਾਮ ਕੀ ਆ, ਡਾਇਫਰਾਮ ਕੀ ਕੰਮ ਕਰਦਾਗਾ, ਡਾਇਫਰਾਮ ਇਨਹੇਲ ਕਦੋਂ ਕਰਦੇ ਨੇ, ਜਦੋਂ ਡਾਇਫਰਾਮ ਫਲੈਟ ਹੋ ਜੇ, ਐਕਸਹੇਲ ਕਦੋਂ ਕਰਦਾਗਾ, ਠੀਕ ਹੈ। ਜਿਹੜਾ ਆਪਣਾ ਲੰਗਸ ਨੇ ਉਹ ਕਿਸ ਤਰ੍ਹਾਂ ਨਾਲ ਪ੍ਰੋਟੈਕਟਡ ਨੇ, ਆਪਾਂ ਨੂੰ ਪਤਾ ਰਿਬਸ ਨਾਲ ਪ੍ਰੋਟੈਕਟਡ ਨੇ, ਠੀਕ ਹੈ। ਆਪਣੀ ਜਿਹੜੀ ਰੈਸਪੀਰੇਸ਼ਨ ਉਹਨੂੰ ਆਪਾਂ ਕੀ ਕਹਿੰਦੇ ਆ, ਪਲਮੋਨਰੀ ਰੈਸਪੀਰੇਸ਼ਨ ਕਹਿੰਦੇ ਆ, ਠੀਕ ਹੈ। ਜਿਹੜੀ ਰੈਸਪੀਰੇਸ਼ਨ ਯੂ ਕੈਨ ਸੇ ਐਮਫੀਬੀਅਨ 'ਚ ਹੁੰਦੀ ਆ ਬਕਲ ਰੈਸਪੀਰੇਸ਼ਨ ਹੁੰਦੀ ਆ, ਠੀਕ ਹੈ। ਤੇ ਗਿਲਸ ਨਾਲ ਜਿਹੜੀ ਰੈਸਪੀਰੇਸ਼ਨ ਉਹਨੂੰ ਆਪਾਂ ਟਰੈਕੇਡ ਰੈਸਪੀਰੇਸ਼ਨ ਕਹਿੰਦੇ ਆ। ਤਾਂ ਇਹ ਨਾਮ ਵੀ ਆਪਣੇ ਕੋਲ ਕਾਫੀ ਇੰਪੋਰਟੈਂਟ ਨੇ, ਠੀਕ ਹੈ ਬੇਟਾ। ਰੈਸਪੀਰੇਸ਼ਨ ਐਨਾਰੋਬਿਕ ਤੇ ਐਨਾਰੋਬਿਕ ਹੁੰਦੀ ਆ, ਐਰੋਬਿਕ ਤੇ ਐਨਾਰੋਬਿਕ ਹੁੰਦੀ ਆ। ਉਹਨਾਂ ਵਿੱਚ ਕੀ ਪ੍ਰੋਡਕਟ ਬਣਦੇ ਨੇ, ਕੀ ਰਿਐਕਸ਼ਨਸ ਇਨਵੋਲਵ ਹੁੰਦੀਆਂ ਨੇ, ਪਾਇਰੂਵੇਟ ਕੀ ਹੁੰਦਾਗਾ, ਪਾਇਰੂਵੇਟ ਕਿਹਦੇ ਵਿੱਚ ਬ੍ਰੇਕਡਾਊਨ ਹੁੰਦਾ, ਐਰੋਬਿਕ ਰੈਸਪੀਰੇਸ਼ਨ 'ਚ ਕਿੰਨੇ ਏਟੀਪੀ ਮੋਲੀਕਿਊਲ ਨਿਕਲਦੇ ਨੇ, ਐਨਾਰੋਬਿਕ ਰੈਸਪੀਰੇਸ਼ਨ 'ਚ ਕਿੰਨੇ ਏਟੀਪੀ ਮੋਲੀਕਿਊਲ ਨਿਕਲਦੇ ਨੇ, ਫਰਮੈਂਟੇਸ਼ਨ ਕੀ ਹੁੰਦੀ ਆ, ਠੀਕ ਹੈ। ਕਾਰਬਨ ਡਾਈਆਕਸਾਈਡ ਤੇ ਐਲਕੋਹਲ ਕਿਹੜੀ ਰੈਸਪੀਰੇਸ਼ਨ 'ਚੋਂ ਨਿਕਲਦਾਗਾ, ਸਾਰੀਆਂ ਚੀਜ਼ਾਂ ਦਾ ਕੁਐਸਚਨ ਬਣ ਕੇ ਆਉਂਦਾ, ਠੀਕ ਹੈ। ਆਪਾਂ ਕੋਈ ਚੀਜ਼ ਐਕਸਟਰਾ ਨਹੀਂ ਕੀਤੀ, ਕੋਈ ਚੀਜ਼ ਘੱਟ ਨਹੀਂ ਕੀਤੀ,
ਵੱਧ ਜ਼ਰੂਰ ਕੀਤੀਆਂ ਨੇ, ਐਕਸਟਰਾ ਕੀਤੀਆਂ ਜ਼ਰੂਰ ਨੇਗੀਆਂ, ਪਰ ਜਿਹੜੇ ਮੈਂ ਤੁਹਾਨੂੰ ਕੁਐਸਚਨ ਕਹਤੇ ਇਹ ਸਾਰੇ ਚੀਜ਼ਾਂ ਜੇ ਆਪਾਂ ਐਕਸਟਰਾ ਨਾ ਕਰਦੇ ਤਾਂ ਇਹ ਚੀਜ਼ਾਂ ਤੁਹਾਨੂੰ ਸਮਝ ਹੀ ਨਹੀਂ ਆਉਂਦੀਆਂ ਸੀਗੀਆਂ, ਠੀਕ ਹੈ। ਤਾਂ ਇਹ ਚੀਜ਼ਾਂ ਨੂੰ ਪ੍ਰੋਪਰ ਤਰੀਕੇ ਨਾਲ ਆਪਦਾ ਯਾਦ ਰੱਖਣਾਗਾ, ਇਹੋ ਜਿਹੇ ਕੁਐਸਚਨ ਜ਼ਰੂਰ ਆਉਂਦੇ ਨੇ ਪੇਪਰ ਦੇ ਵਿੱਚ, ਇਸ ਟੌਪਿਕ ਤੋਂ ਇਹੋ ਜਿਹੇ ਕੁਐਸਚਨ ਆਉਂਦੇ। ਤਾਂ ਹੁਣ ਬੇਟਾ ਆਪਾਂ ਕੀ ਕਰਦੇ ਆਪਾਂ ਟੈਸਟ ਡਿਸਕਸ ਕਰਦੇ ਹਾਂ। ਜਿਹੜਾ ਆਪਣਾ ਟੈਸਟ ਹੋਇਆ ਸੀਗਾ, ਟੈਸਟ ਦੇ ਵਿੱਚ ਕੀ ਸੀਗਾ, ਬੇਸਿਕਲੀ ਜਿਹੜੇ 3 ਨੂਮੈਰੀਕਲ ਸੀ ਆਪਾਂ ਉਹੀ ਡਿਸਕਸ ਕਰ ਰਹੇ ਨੇ, ਬਾਕੀ ਦਾ ਥਿਊਰੀ ਪਾਰਟ ਸੀ, ਥਿਊਰੀ ਪਾਰਟ ਤੋਂ ਸਾਰਿਆਂ ਨੇ ਕੀਤਾ ਸੀਗਾ। ਆਪਾਂ ਇੱਕ ਵਾਰ ਕੁਐਸਚਨ ਪੁੱਛਦੇ ਹਾਂ, ਨੇਮ ਦਾ ਪ੍ਰਿੰਸੀਪਲ ਔਨ ਵਿਚ ਦਾ ਵਰਕਸ ਔਨ ਵਿਚ ਇਲੈਕਟ੍ਰਿਕ ਫਿਊਜ਼ ਵਰਕਸ ਅਲੋਂਗ ਵਿਦ ਦਾ ਸਟੇਟਮੈਂਟ, ਠੀਕ ਹੈ ਬੇਟਾ। ਕੀ ਕਰਨਾਗਾ, ਨੇਮ ਦਾ ਪ੍ਰਿੰਸੀਪਲ ਔਨ ਵਿਚ ਇਲੈਕਟ੍ਰਿਕ ਫਿਊਜ਼ ਵਰਕਸ ਅਲੋਂਗ ਵਿਦ ਦਾ ਸਟੇਟਮੈਂਟ ਐਂਡ ਫਾਰਮੂਲਾ। ਹਾਂਜੀ, ਪਹਿਲਾਂ ਨਾਮ ਦੇਣਾ ਵੀ ਕਿਹੜਾ ਵਰਕ ਕਰਦਾ ਕਿਹੜੇ ਤੇ, ਉਹ ਕਰਦਾ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਤੇ, ਠੀਕ ਹੈ। ਹੁਣ ਉਹਦੀ ਸਟੇਟਮੈਂਟ ਦੇਣੀ ਆ, ਸਟੇਟਮੈਂਟ ਦੇ ਵਿੱਚ ਕੀ ਆ, ਜਾਊਜ਼ ਲਾਅ ਆਫ ਹੀਟਿੰਗ, ਜਾਊਜ਼ ਲਾਅ ਆਫ ਹੀਟਿੰਗ, ਠੀਕ ਹੈ, ਉਹ ਪ੍ਰਿੰਸੀਪਲ ਹੈ ਇਹਦਾ। ਜਾਊਜ਼ ਲਾਅ ਆਫ ਹੀਟਿੰਗ ਦੀ ਸਟੇਟਮੈਂਟ ਦੋ। ਜਾਊਜ਼ ਲਾਅ ਆਫ ਹੀਟਿੰਗ ਸਟੇਟਸ that the heat produced in a resistance is directly proportional to square of current, comma resistance of the resistor, comma time for which the current is passing through the resistance। ਇਹ ਆਉਣਾ ਸੀ, ਫਿਰ ਥੱਲੇ ਲਿਖਣਾ ਸੀ ਉਹਦਾ ਫਾਰਮੂਲਾ H is equal to I square RT, ਠੀਕ ਹੈ ਬੇਟਾ ਜੀ, ਇਹ ਚੀਜ਼ ਕਰਨੀ ਸੀ। ਨੈਕਸਟ ਕੀ ਹੈ ਆਪਣੇ ਕੋਲ, what is the commercial unit of electric energy consumed? commercial unit ਕੀ ਨੇ, ਕਿਲੋਵਾਟ ਆਰ ਨੇਗੇ, ਕੀ ਨੇਗੇ, ਕਿਲੋਵਾਟ ਆਰ। commercial unit of electrical energy consumed are ਕਿਲੋਵਾਟ ਆਰ। ਅੱਗੇ ਉਹ ਕੀ ਕਹਿ ਰਿਹਾ, ਅੱਗੇ ਉਹ ਕਹਿ ਰਿਹਾ ਬੇਟਾ ਜੀ, what is the relation of SI unit and energy of energy, what is its relation? ਇਹਦਾ ਕੀ ਰਿਲੇਸ਼ਨ ਹੈ SI ਯੂਨਿਟ ਨਾਲ, ਤਾਂ 1 ਕਿਲੋਵਾਟ ਆਰ ਹੁੰਦਾ 3.6 × 10⁻⁶ ਜਾਊਲ ਦੇ ਬਰਾਬਰ। ਇਹ ਰਿਲੇਸ਼ਨ ਲਿਖਣਾ ਸੀ, ਇਹ ਰਿਲੇਸ਼ਨ ਲਿਖਣਾ ਸੀ। ਕਈ ਵਾਰ ਇਹ ਰਿਲੇਸ਼ਨ ਡਰਾਈਵ ਕਰਨਾ ਆ ਜਾਂਦਾ, ਉੱਥੇ ਫਿਰ ਤੁਸੀਂ ਕੀ ਕਰੋਗੇ, ਉੱਥੇ ਤੁਸੀਂ ਕਰੋਗੇ 1 × 1000 × 3600 ਕਰਕੇ, ਠੀਕ ਹੈ, ਠੀਕ ਹੈ। ਤਾਂ ਉਹਦੇ ਨਾਲ ਆਊ ਆਨਸਰ 3.6 × 10⁻⁶ ਜਾਊਲ। 1 ਕਿਲੋਵਾਟ ਆਰ is equal to this ਆ SI ਯੂਨਿਟ ਹੈ એનર્ਜੀ ਦਾ, ਇਹ ਕੀ ਹੈ, ਕਮਰਸ਼ੀਅਲ ਯੂਨਿਟ ਹੈ। ਇਹਨਾਂ ਦੋਨਾਂ ਚ ਰਿਲੇਸ਼ਨ ਕੀ ਆ, ਇਹਨਾਂ ਦੋਨਾਂ ਚ ਇਹ ਰਿਲੇਸ਼ਨ ਹੈ ਵੀ ਜਿਹੜਾ 1 ਕਿਲੋਵਾਟ ਆਰ ਹੁੰਦਾ ਉਹ 3.6 × 10⁻⁶ ਦੇ ਬਰਾਬਰ, ਠੀਕ ਹੈ ਜੀ। ਇਹ ਸੈਕੰਡ ਕੁਐਸਚਨ ਸੀਗਾ। ਹੁਣ ਆਪਾਂ ਆਉਣਾ ਬੇਟਾ ਥਰਡ ਕੁਐਸਚਨ ਤੇ। ਥਰਡ ਕੁਐਸਚਨ ਦੇ ਵਿੱਚ ਕੀ ਸੀਗਾ, ਕੈਲਕੂਲੇਟ ਦਾ ਅਮਾਉਂਟ ਆਫ ਹੀਟ ਪ੍ਰੋਡਿਊਸਡ ਬਾਈ ਟੂ ਬਲਬਸ ਆਫ ਪਾਵਰ 100 ਵਾਟ ਐਂਡ 200 ਵਾਟ ਆਰ ਕਨੈਕਟਡ ਇਨ ਸੀਰੀਜ਼। ਆ 100 ਵਾਟ ਦਾ ਬਲਬ ਹੈ, ਆ ਕੀ ਆ 200 ਵਾਟ ਦਾ ਬਲਬ ਹੈ। ਇਹ 220 ਵੋਲਟ ਤੇ ਲੱਗਿਆ ਹੋਇਆ ਕੰਮ ਕਰਦਾ ਹੈ, ਇਹ ਵੀ 220 ਵੋਲਟ ਤੇ ਕੰਮ ਕਰਦਾ ਹੈ। ਹੁਣ ਮੈਂ ਤੁਹਾਨੂੰ ਦੱਸਿਆ ਸੀ ਹੀਟ ਪ੍ਰੋਡਿਊਸ ਕੱਢਣੀ ਆ, ਹੀਟ ਦਾ ਫਾਰਮੂਲਾ ਕੀ ਆ, I square RT। ਚਲੋ ਟਾਈਮ ਇੱਥੇ ਆਪਾਂ 1 ਸੈਕਿੰਡ ਲੈ ਲੈਣੇ ਆ, ਕਿਉਂਕਿ ਮੈਂ ਤੁਹਾਨੂੰ ਕਿਹਾ ਹੋਇਆ ਜਦੋਂ ਕਿਤੇ ਟਾਈਮ ਨਾ ਦਿੱਤਾ ਹੋਵੇ ਤਾਂ 1 ਸੈਕਿੰਡ ਹੁੰਦਾ। I square RT ਆਪਾਂ ਨੂੰ ਨਾ I ਪਤਾ ਨਾ R ਪਤਾ ਨਾ T ਪਤਾ, T ਪਤਾ, ਚਲੋ T is 1 ਸੈਕਿੰਡ। ਹੁਣ ਆਪਾਂ ਫਿਰ ਇਹਨੂੰ ਕਿਵੇਂ ਕੱਢਾਂਗੇ, ਇਹਨੂੰ ਕੱਢਣ ਲਈ ਪਹਿਲਾਂ ਤੁਹਾਨੂੰ ਰੈਜ਼ਿਸਟੈਂਸ ਕੱਢਣੀ ਪੈਣੀ ਸੀ। ਤੁਸੀਂ ਸਿੱਧਾ ਇਹਨਾਂ ਨੂੰ ਜੋੜ ਕੇ ਪਾਵਰਾਂ ਨਹੀਂ ਐਡ ਕਰ ਸਕਦੇ, ਪਾਵਰਾਂ ਨਹੀਂ ਐਡ ਹੁੰਦੀਆਂ ਜਦੋਂ ਆਪਾਂ ਸੀਰੀਜ਼ ਚ ਬਲਬ ਜੋੜਦੇ ਆ, ਪਾਵਰਾਂ ਦਾ ਰਿਵਰਸ ਐਡ ਹੁੰਦਾ। ਇਹ ਗਲਤ ਕੀਤਾ ਤੁਸੀਂ ਸਾਰਿਆਂ ਨੇ ਕੀ ਕੀਤਾ, ਪਾਵਰ ਐਡ ਕਰਤੀ, 300 ਵਾਟ ਕਰਤਾ, 300 ਵਾਟ ਦਾ ਤੁਸੀਂ P = VI ਲਾਤਾ, ਉਹ ਚੋਂ I ਕੱਢ ਲਿਆ। ਇਹ ਗਲਤ ਆ ਪੁੱਤ ਤਰੀਕਾ। ਪਹਿਲਾਂ ਤੁਹਾਨੂੰ ਰੈਜ਼ਿਸਟੈਂਸ ਕੱਢਣੀ ਪਊ। ਮੈਂ ਤੁਹਾਨੂੰ ਕਿਹਾ ਕੀ ਕਿਹਾ ਹੋਇਆ, ਮੈਂ ਤੁਹਾਨੂੰ ਕਿਹਾ ਹੋਇਆ ਕਿਸੇ ਕਰੰਟ ਕੈਰਿੰਗ ਵਾਇਰ ਵਾਸਤੇ ਬਲਬ ਇੱਕ ਰੈਜ਼ਿਸਟੈਂਸ ਦਾ ਕੰਮ ਕਰਦਾ, ਤਾਂ ਪਹਿਲਾਂ ਇਹਦੀ ਰੈਜ਼ਿਸਟੈਂਸ ਕੱਢੋ। ਤੁਸੀਂ ਰੈਜ਼ਿਸਟੈਂਸ ਕੱਢ ਕੇ ਫਿਰ ਇਹ ਫਾਰਮੂਲੇ ਚ ਪੁੱਟ ਕਰਾਂਗੇ। ਦੋਨਾਂ ਦੀ ਰੈਜ਼ਿਸਟੈਂਸ ਕੱਢੋ, ਪਹਿਲਾਂ ਇਹਦੀ ਅਲੱਗ ਕੱਢੋ ਰੈਜ਼ਿਸਟੈਂਸ, ਇਹਦੀ ਅਲੱਗ ਕੱਢੋ। ਚਲੋ ਕੱਢੀਏ ਰੈਜ਼ਿਸਟੈਂਸ। ਰੈਜ਼ਿਸਟੈਂਸ ਆਫ ਬਲਬ 1 ਕਿੰਨੀ ਆਊ, V²/R = P। ਆ ਫਾਰਮੂਲੇ ਚ ਨਿਕਲੂਗੀ। ਤਾਂ R1 ਕੀ ਆ ਗਈ ਇੱਥੋਂ upon R1, ਠੀਕ ਹੈ। ਤਾਂ V ਕੀ ਆ 220 ਦਾ ਸਕੁਅਰ upon R1 = ਪਾਵਰ ਕਿੰਨੀ ਆ ਜੀ ਬੇਟਾ 100 ਵਾਟ। ਇੱਥੇ R1 ਕੀ ਆ ਜਾਊਗਾ, V²/R ਹੁੰਦਾ ਨਾ, ਠੀਕ ਹੈ। ਇਹ ਗੱਲ ਸਮਝ ਆ ਗਈ ਤੁਹਾਨੂੰ। ਚਲੋ ਇੱਥੇ R1 ਕੀ ਆ ਜੂ, ਇੱਥੇ R1 ਆ ਜਾਊਗਾ ਆਪਣੇ ਕੋਲ R1 × 100 = 220 ਦਾ ਸਕੁਅਰ। ਤਾਂ R1 ਕੀ ਆ ਗਿਆ 220 × 220 by 100, 0 ਨਾਲ 0 ਕੈਂਸਲ, 484 ਓਮ ਆ ਗਿਆ। ਇਹ R1 ਆ। ਇਹ ਕੀ ਆ ਗਈ R1। ਇਹਦਾ ਮਤਲਬ ਇਹ ਬੱਲਬ ਨੂੰ ਮੈਂ ਕੀ ਲੈ ਸਕਦਾ, ਇਹ ਬੱਲਬ ਨੂੰ ਮੈਂ R1 ਲੈ ਸਕਦਾ 484। ਨੈਕਸਟ ਇਹੀ ਕਰਦੇ ਹਾਂ ਹੁਣ, ਇਹਦਾ ਕੱਢੀਏ। ਚਲੋ ਇਹਦੇ ਵਿੱਚ ਵੀ ਕਿਹੜਾ ਫਾਰਮੂਲਾ ਲਾਉਂਗੇ, ਇਹਦੇ ਵਿੱਚ ਵੀ ਤੁਸੀਂ ਫਾਰਮੂਲਾ ਲਾਉਂਗੇ ਪੁੱਤਰ ਜੀ, V²/R2 = P। V² ਅਗੇਨ 220 × 220 ਸਕੁਅਰ ਕਰਤਾ ਨਾ by R2
इज इक्वल टू 200। तो R2 की आ गया, R2 आ गया 220 इंटू 220 बाय 200, 0 ਨਾਲ 0 0 ਨਾਲ 0 11, ठीक है 22 इंटू 11 242 ओम है। ये भी एक रेजिस्टेंस आ गई, हुणे सीरीज च जुड़ियां हुई ने 242 ओम, ठीक है। हुणे सीरीज च किहदे नाल जुड़ियां हुई ने, ये सीरीज च जुड़ियां हुई ने 220 वोल्ट नाल, ये सीरीज च जुड़ियां हुई ने पुत्र जी 220 वोल्ट नाल। आपां की करना, आपां करनी है हीट, आपां की कढनी है, आपां फाइंड आउट करनी है बेटा जी हीट, हीट फाइंड आउट करनी है आपां। लो आ बन गया सिंपल न्यूमेरिकल ਤੁਹਾਡਾ, ਕੀ ਬਣ ਗਿਆ 220 वोल्ट ਇਹ ਹੈ रेजिस्टेंस, ਇਹਨਾਂ ਦੀ ਕੱਢ ਲਓ 484 plus 242 726 ਆ ਗਈ। ਕਿਹਦੇ ਲੱਗੀ ਹੋਈ ਹੈ 220 वोल्ट ਤੇ, आई ਕੱਢ ਲਓ V is equal to IR, V ਕਿੰਨੀ ਹੈ 220, I ਮੈਨੂੰ ਪਤਾ ਨਹੀਂ R ਕਿੰਨਾ 220 ਨਾ, R ਹੈਗਾ ਆਪਣੇ ਕੋਲ you can say 726, ठीक है जी 726 है। लो ਕੱਢ ਲਓ I कितनी आ गई बेटा 220 बाय 726 आ गई ये चीज। चलो ਹੁਣ ਪੁੱਟ ਕਰ ਦੋ, ਕੀ ਚ ਪੁੱਟ ਕਰ ਦੋ I स्क्वायर RT, H is equal to I स्क्वायर RT, I क्या आ गया 220 into 220 by 726 into 726, ਇਹਦਾ ਸਕੁਅਰ ਸੀ ਨਾ ਇਹ I ਦਾ, I ਮੈਂ ਕੈਲਕੂਲੇਟ ਨਹੀਂ ਕੀਤਾ, ਮੈਂ ਐਜ਼ ਇਟ ਰੱਖ ਲਿਆ ਇਨਟੂ ਕੀ R ਕੀ ਆ 726 ਇਨਟੂ 1, ਆ 726 ਨਾਲ ਆ ਕੱਟਿਆ ਗਿਆ। ਇਹ ਤੋਂ ਬਾਅਦ ਕੀ ਕਰਨਾ, ਕੁਝ ਨਹੀਂ ਕਰਨਾ, 220 ਗੁਣਾ 220 ਬਟਾ 726, ਇਹਨੂੰ ਕੈਲਕੂਲੇਟ ਕਰ ਲਓ, ਇੰਨੇ ਜਾਊਗਾ ਜੀ, ਇਹਨੂੰ ਕੈਲਕੂਲੇਟ ਕਰਕੇ ਦੇਖੋ ਇੰਨੀ ਕੀ ਟਾਈਮ। ਸਮਝ ਆ ਗਿਆ। ਪਹਿਲਾਂ ਪਾਵਰ ਤੋਂ ਰੈਜ਼ਿਸਟੈਂਸ ਕੱਢ ਲਓ, ਕੋਈ ਵੀ ਨੂਮੈਰੀਕਲ ਹੋਵੇ ਪਾਵਰ ਵਾਲਾ, ਜੇ ਹੀਟ ਪੁੱਛੀ ਆ ਤਾਂ I स्क्वायर RT ਲੱਗੂਗਾ, ਰੈਜ਼ਿਸਟੈਂਸ ਕੈਲਕੂਲੇਟ ਕਰੋ ਪਹਿਲਾਂ, ਹੋ ਗਿਆ ਇਹ ਨੂਮੈਰੀਕਲ, ਠੀਕ ਹੈ ਈਜ਼ੀ ਸੀਗਾ। ਤੁਸੀਂ ਥੋੜਾ ਜਿਹਾ ਦਿਮਾਗ ਹੀ ਲਾਇਆ ਬਸ, ਤੁਸੀਂ ਪਾਵਰਾਂ ਐਜ਼ ਇਟ ਇਜ਼ ਐਡ ਕਰਤੀਆਂ, ਪਾਵਰਾਂ ਸੀਰੀਜ਼ ਦੇ ਵਿੱਚ ਐਜ਼ ਇਟ ਇਜ਼ ਐਡ ਨਹੀਂ ਹੁੰਦੀਆਂ, ਠੀਕ ਹੈ ਬੇਟਾ ਜੀ ਇਹ ਯਾਦ ਰੱਖਿਓ, ਸੀਰੀਜ਼ ਚ ਪਾਵਰਾਂ ਐਜ਼ ਇਟ ਇਜ਼ ਐਡ ਨਹੀਂ ਹੁੰਦੀਆਂ, ਜਿਵੇਂ ਰੈਜ਼ਿਸਟੈਂਸਿਸ ਹੋ ਜਾਂਦੀਆਂ। ਨੈਕਸਟ ਕੀ ਆ, ਨੈਕਸਟ ਤੋਂ ਆਪਾਂ ਨੂੰ ਕਹਿ ਰਹੇ ਆ ਕੈਲਕੂਲੇਟ ਦਾ ਇਲੈਕਟ੍ਰਿਕ ਬਿੱਲ ਆਫ ਅ ਹਾਊਸ ਫॉर ਅ ਮੰਥ ਆਫ ਜੁਲਾਈ। ਜੁਲਾਈ ਦੇ ਮੰਥ ਚ ਕਰਨਾ, ਜੁਲਾਈ ਚ ਕਿੰਨੇ ਦਿਨ ਹੁੰਦੇ ਨੇ 31 ਦਿਨ ਹੁੰਦੇ ਨੇ। ਸਭ ਤੋਂ ਪਹਿਲਾਂ ਇਹ ਚੀਜ਼ ਦਿਮਾਗ 'ਚ ਰੱਖਿਓ, ਕਈਆਂ ਨੇ 30 ਦਿਨ ਲਾ ਰੱਖੇ ਨੇ, ਉਹ ਤੀਜੀ ਵਾਲਾ ਫਾਰਮੂਲਾ, ਉਹ ਕੀ ਫਾਰਮੂਲਾ ਹੁੰਦਾ, ਉਹ ਆਪਾਂ 3rd ਕਲਾਸ ਚ ਪੜ੍ਹਦੇ ਆ, ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ, ਆ ਜਿਹੜਾ ਅੱਪਰ ਤੇ ਆ ਗਿਆ ਉਹ ਚ 31 ਦਿਨ ਹੋ ਗਏ, 31 ਡੇਜ਼ ਹੋ ਗਏ। ਹੁਣ ਆਪਾਂ ਨੂੰ ਪਤਾ ਲੱਗ ਗਿਆ ਡੇ 31 ਨੇ, ਹੁਣ 31 ਡੇ ਦਾ ਆਪਾਂ ਕਰਨਾ, ਪਹਿਲਾਂ 1 ਦਿਨ ਦਾ ਕੱਢਾਂਗੇ। ਉਹ ਕੀ ਕਹਿ ਰਿਹਾ ਉਹ, ਫॉर ਅ ਮੰਥ ਆਫ ਜੁਲਾਈ ਹੈਵਿੰਗ 2 ਫੈਨਸ ਆਫ 200 ਵਾਟ, ਇੱਕ ਫੈਨ ਕਿੰਨੇ ਦਾ ਹੈਗਾ 200 ਵਾਟ ਦਾ, ਦੋ ਫੈਨ ਵੀ ਕਿੰਨੇ ਦੇ ਹੋ ਜਾਣਗੇ 200 ਇੰਟੂ ਨਾ 200 ਪਲੱਸ 200 ਤਾਂ 400 ਵਾਟ ਨਹੀਂ ਹੋ ਜਾਊਗਾ, ਦੋ ਫੈਨ 400 ਵਾਟ ਦੇ ਹੋ ਗਏ, ਠੀਕ ਹੈ ਬੇਟਾ। ਅੱਗੇ ਕੀ ਹੋਇਆ, ਹੁਣ ਤੁਸੀਂ ਕਹੋਗੇ ਸਰ ਤੁਸੀਂ ਇਹ ਸਿੱਧਾ ਐਡ ਕਿਉਂ ਕਰਤਾ, ਪਾਵਰ ਤਾਂ ਐਡ ਨਹੀਂ ਹੁੰਦੀ, ਪਾਵਰ ਸੀਰੀਜ਼ 'ਚ ਨਹੀਂ ਡਾਇਰੈਕਟ ਐਡ ਹੁੰਦੀ, ਪਾਵਰ ਪੈਰਲਲ 'ਚ ਐਡ ਹੁੰਦੀ ਆ। ਡੋਮੈਸਟਿਕ ਪਾਵਰ ਸਪਲਾਈ ਆਪਾਂ ਨੂੰ ਪਤਾ ਕੀ ਹੁੰਦੀ ਆ, ਪੈਰਲਲ ਹੁੰਦੀ ਆ, ਤਾਂ ਕਰਕੇ ਮੈਂ ਸਿੱਧਾ ਐਡ ਕਰਤਾ। ਯਾਦ ਆ ਗਈ ਚੀਜ਼, ਪਾਵਰ ਡਾਇਰੈਕਟ ਸੀਰੀਜ਼ 'ਚ ਨਹੀਂ ਐਡ ਹੁੰਦੀ, ਪਾਵਰ ਡਾਇਰੈਕਟ ਕੀ 'ਚ ਐਡ ਹੁੰਦੀ ਆ, ਪੈਰਲਲ 'ਚ ਐਡ ਹੁੰਦੀ ਆ। ਹੁਣ ਇੱਥੇ ਪੈਰਲਲ ਸੀਗਾ ਕਿਉਂਕਿ ਡੋਮੈਸਟਿਕ ਪਾਵਰ ਸਪਲਾਈ ਇਜ਼ ਆਲਵੇਜ਼ ਪਾਵਰ ਪੈਰਲਲ, ਤਾਂ ਕਰਕੇ ਮੈਂ ਡਾਇਰੈਕਟ ਐਡ ਕਰਤਾ। ਦੋ ਸੀਗੇ, ਦੋ ਫੈਨ 400 ਵਾਟ ਦੇ ਹੋ ਗਏ, ਇਹ ਕਿੰਨੇ ਘੰਟੇ ਚੱਲਦੇ ਨੇ, ਟਾਈਮ ਕੀ ਆ ਫੈਨ ਦਾ, ਫੈਨ ਦਾ ਟਾਈਮ ਹੈਗਾ ਬੇਟਾ 8 ਆਰ ਅ ਡੇ। ਤਾਂ ਇੱਕ ਦਿਨ 'ਚ ਕਿੰਨੀ ਇਲੈਕਟ੍ਰਿਸਿਟੀ ਕੰਜ਼ਿਊਮ ਹੋਗੀ, ਇੱਕ ਦਿਨ 'ਚ ਕਿੰਨੀ એનર્ਜੀ ਕੰਜ਼ਿਊਮ ਹੋਈ, ਇੱਕ ਦਿਨ 'ਚ એનર્ਜੀ ਕੰਜ਼ਿਊਮ ਹੋਈ 400 ਗੁਣਾ 8 3200 ਵਾਟ ਆਰ, ਉਹਨੂੰ ਮੈਂ ਕਿਲੋਵਾਟ ਆਰ 'ਚ ਚੇਂਜ ਕਰ ਦਿੰਦਾ, 3200 ਬਾਈ 1000 ਕਿਲੋਵਾਟ ਆਰ। ਇਹਦਾ ਮਤਲਬ ਕੀ ਹੋ ਗਿਆ, ਇਹ 3.2 ਕਿਲੋਵਾਟ ਆਰ। ਕਈ ਇੱਥੇ ਜੌਲ ਪਾਈ ਜਾਂਦੇ ਨੇ, ਮੈਨੂੰ ਐ ਨਹੀਂ ਸਮਝ ਆਉਂਦੀ, ਤੁਹਾਨੂੰ ਯੂਨਿਟਸ ਹੀ ਨਹੀਂ ਅਜੇ ਤੱਕ ਪਤਾ ਲੱਗੇ, ਇੱਥੇ ਤੁਸੀਂ ਜੌਲ ਪਾਈ ਜਾਂਦੇ ਹੋਗੇ, ਇੱਥੇ ਜੌਲ ਨਹੀਂ ਹੈਗੇ, ਕਿਲੋਵਾਟ ਆਰ ਨੇਗੇ, ਇਹਦਾ ਮਤਲਬ ਹੁੰਦਾ 1 ਯੂਨਿਟ। ਚਲੋ ਇਹ ਫੈਨ ਦਾ ਹੋ ਗਿਆ, ਫੈਨ ਦਾ ਕੈਲਕੂਲੇਟ ਕਰ ਲਿਆ ਇੱਕ ਦਿਨ ਦਾ। ਚਲੋ ਨੈਕਸਟ ਆਪਾਂ ਕੈਲਕੂਲੇਟ ਕਰਦੇ ਹਾਂ ਕਿਹਦਾ, ਨੈਕਸਟ ਆਪਾਂ ਕਰਦੇ ਹਾਂ ਬੇਟਾ ਰੈਫਰੀਜਰੇਟਰ 800 ਵਾਟ ਫॉर 10 ਆਵਰਸ। ਰੈਫਰੀਜਰੇਟਰ, ਪਾਵਰ ਆਫ ਰੈਫਰੀਜਰੇਟਰ ਇਜ਼ 800 ਵਾਟ, ਟਾਈਮ ਇਜ਼ 10 ਆਵਰ। ਇਹਦਾ ਮਤਲਬ ਕੀ ਆ, એનર્ਜੀ ਕੀ ਹੋਗੀ, ਪਾਵਰ ਇਨਟੂ ਟਾਈਮ, 800 ਵਾਟ ਗੁਣਾ 10 ਆਰ ਬਰਾਬਰ ਹੈ 8000,
ਵਾਟ ਆਰ which comes to be 8 ਕਿਲੋ ਵਾਟ ਆਰ। ਇੱਕ ਦਿਨ ਦਾ ਰੈਫ੍ਰਿਜਰੇਟਰ ਦਾ ਹੋ ਗਿਆ, ਠੀਕ ਹੈ ਜੀ। ਅੱਗੇ ਆਪਾਂ ਪਾਵਰ, ਨੈਕਸਟ ਪਾਵਰ ਉਹ ਕੀ ਆ, ਨੈਕਸਟ ਕੀ ਆ, ਟੀਵੀ ਆ। 400 ਵਾਟ ਦਾ 6 ਘੰਟਿਆਂ ਲਈ ਚੱਲਦਾ, ਪਾਵਰ ਹੈਗੀ ਆ 400 ਵਾਟ, ਟਾਈਮ ਹੈਗਾ 6 ਆਰ, ਠੀਕ ਹੈ। ਇੱਥੇ ਕੀ ਆ ਗਿਆ, એનર્ਜੀ ਕੀ ਆ ਗਈ, ਪਾਵਰ ਇਨਟੂ ਟਾਈਮ 400 ਵਾਟ ਇਨਟੂ 6 ਆਰ, ਇਹ ਕੀ ਆ ਗਿਆ ਪੁੱਤ 2400 ਵਾਟ ਆਰ ਆ ਗਿਆ, ਕਮਸ ਟੂ ਬੀ 2.4 ਕਿਲੋ ਵਾਟ ਆਰ। ਇੱਕ ਮਹਾਨ ਸ਼ਖਸੀਅਤ ਆ ਜਿਹਨੇ ਸਾਰੇ ਕੁਝ ਜਾਊ ਚ ਕਰ ਰੱਖਿਆ ਹੈਗਾ, ਉਹਨੇ ਸਾਰੀ ਚੀਜ਼ ਜਾਊ ਚ ਕੱਢ ਰੱਖੀ ਆ। ਕਮਰਸ਼ੀਅਲ ਯੂਨਿਟ ਕੱਢਣੇ ਨੇ, ਕਮਰਸ਼ੀਅਲ ਯੂਨਿਟ ਦਾ ਮਤਲਬ ਹੁੰਦਾ ਕਿਲੋਵਾਟ ਆਰ ਚ ਕੱਢਣਾ ਆਪਾਂ ਸਾਰਾ ਕੁਝ। ਹੁਣ ਇਹਨਾਂ ਨੂੰ ਐਡ ਕਰ ਦੋ, ਇਹ ਇੱਕ ਦਿਨ ਦਾ ਹੋ ਗਿਆ। ਵਨ ਡੇ ਵਾਸਤੇ ਉਹਨੇ ਕਿੰਨੀ ਇਲੈਕਟ੍ਰਿਕ એનર્ਜੀ ਕੰਜ਼ਿਊਮ ਕੀਤੀ ਆ, ਵਨ ਡੇ ਵਾਸਤੇ ਉਹਨੇ ਇਲੈਕਟ੍ਰਿਕ એનર્ਜੀ ਕੰਜ਼ਿਊਮ ਕੀਤੀ ਆ 3.2 ਵਾਟ ਆਰ ਕਿਲੋਵਾਟ ਆਰ ਪਲੱਸ 8 ਕਿਲੋਵਾਟ ਆਰ ਪਲੱਸ 2.4 ਕਿਲੋ ਵਾਟ ਆਰ, ਠੀਕ ਹੈ ਜੀ। ਇਹਨੂੰ ਐਡ ਕਰੋ 3.2 8.0 2.4 6 11 ਤੇ 2 13 13.6 ਕਿਲੋ ਵਾਟ ਆਰ ਹੈ। ਇਹ ਵਨ ਡੇ ਹੈ, ਵਨ ਡੇ ਦੀ ਇਲੈਕਟ੍ਰੀਕਲ એનર્ਜੀ ਕੰਜ਼ਿਊਮ ਆ 13.6 ਕਿਲੋ ਵਾਟ ਆਰ। ਜੂਨ ਜੁਲਾਈ ਦਾ ਮਹੀਨਾ ਹੈਗਾ, ਜੁਲਾਈ ਦੇ ਮਹੀਨੇ 'ਚ ਕਿੰਨੇ ਦਿਨ ਹੁੰਦੇ ਨੇ ਪੁੱਤ, 31 ਡੇਜ਼। ਕਿੰਨੇ ਡੇਜ਼ ਹੁੰਦੇ ਨੇ, 31 ਡੇਜ਼। ਤਾਂ 31 ਡੇਜ਼ ਕੀ ਹੋਊਗਾ 13.6 ਕਿਲੋਵਾਟ ਆਰ ਇਨਟੂ 31, ਉਹ ਜਿੰਨਾ ਆ ਜਾਊਗਾ ਉਹ ਆ ਜਾਊਗਾ ਆਪਣੇ ਕੋਲ, ਇਹਨੂੰ ਕੈਲਕੂਲੇਟ ਕਰਕੇ ਦੇਖ ਲਿਓ, ਕੁਝ ਆ ਜਾਊਗਾ ਕਿਲੋਵਾਟ ਆਰ ਆ ਜਾਊਗਾ। ਹੁਣ ਰੇਟ ਆਫ 1 ਯੂਨਿਟ, ਮਤਲਬ 1 ਯੂਨਿਟ ਦਾ ਮਤਲਬ ਕੀ 1 ਕਿਲੋਵਾਟ ਆਰ ਦਾ ਕੀ ਰੇਟ ਹੈ 9 ਰੁਪਏ ਆ ਪੁੱਤ। ਜਿੰਨੇ ਇਹ ਆਏ ਨੇ ਉਹਨਾਂ ਦਾ ਕੀ ਹੋਊਗਾ, ਇਹ ਸਾਰਾ ਇਨਟੂ 9, ਆਨਸਰ ਆ ਜੂ ਇੰਨੇ ਰੁਪਏ ਆ ਜਾਣਗੇ ਆਪਣੇ ਕੋਲ। ਇਹ ਚ ਕੀ ਉਹ ਕਰਨਾ ਸੀਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ, ਕਿੰਨਾ ਔਖਾ ਨੂਮੈਰੀਕਲ ਸੀ ਜਿਹੜਾ ਤੁਸੀਂ ਇਹ ਵੀ ਗਲਤ ਕਰਕੇ। ਚਲੋ ਨੈਕਸਟ ਕੀ ਹੈ ਬੇਟਾ, ਨੈਕਸਟ ਇੱਕ ਲਾਸਟ ਨੂਮੈਰੀਕਲ ਹੈ, ਹਾਊ ਮੈਨੀ 100 ਓਮ ਰੈਜ਼ਿਸਟਰਸ ਆਰ ਕਨੈਕਟਡ ਇਨ ਪੈਰਲਲ, ਹਾਊ ਮੈਨੀ 100 ਓਮ resistors are connected in parallel such that 1 ampere current passes through the circuit when 20 volt applied across it. Also draw the diagram. ਕੀ ਆ ਪੁੱਤ, 1 ਕਰੰਟ ਕਿੰਨਾ ਪਾਸ ਆਊਟ ਕਰੇ, ਕਰੰਟ ਪਾਸ ਆਊਟ ਕਰੇ 1 ਐਂਪੀਅਰ, ਵੋਲਟੇਜ ਕਿੰਨੀ ਹੋਵੇ 25 ਵੋਲਟ, ਰੈਜ਼ਿਸਟੈਂਸ ਕਿੰਨੀ ਆ ਜੂ, ਫਿਰ ਰੈਜ਼ਿਸਟੈਂਸ ਆ ਜੂ V into I which is come to be V is equal to IR ਹੁੰਦਾ ਨਾ, ਤਾਂ ਰੈਜ਼ਿਸਟੈਂਸ ਕੱਢ ਲਓ ਇਥੋਂ V by I, ਸੌਰੀ V by I is equal to R, ਉਹ ਕੀ ਆ ਜੂ 25 by 1 is equal to 25 ਓਮ ਰੈਜ਼ਿਸਟੈਂਸ ਆ ਜੂ। ਇਹਦਾ ਮਤਲਬ ਕਿੰਨੀਆਂ ਰੈਜ਼ਿਸਟੈਂਸ ਦਾ ਆਪਾਂ ਪੈਰਲਲ ਚਲਾਈਏ ਵੀ 25 ਓਮ ਬਣੇ। ਤਾਂ ਮੰਨ ਲਓ ਲੈਟ ਅਸ ਕੰਸੀਡਰ ਨੰਬਰ ਆਫ ਰੈਜ਼ਿਸਟਰਸ ਕਿੰਨਾ n, ਕਨੈਕਟਡ ਇਨ ਪੈਰਲਲ ਆ, ਤਾਂ ਕਰਕੇ 1/rp ਇਕੁਅਲ ਟੂ 1/25 plus 1/25 plus 1/25 up to 1/25 n times, ਠੀਕ ਹੈ। ਆ ਕਿੰਨਾ, ਇਹ ਆਪਣੇ ਕੋਲ 25 ਓਮ ਆ, rp ਕਿੰਨੀ ਆ 25, 1/25 ਨਹੀਂ ਕਿਹੜੇ ਦੀਆਂ ਨੇਗੀਆਂ 100 ਓਮ ਰੈਜ਼ਿਸਟਰ ਨੇ। ਲੈਟ ਅਸ ਕੰਸੀਡਰ ਨੰਬਰ ਆਫ ਰੈਜ਼ਿਸਟਰਸ 100 ਓਮ, 100 ਓਮ ਦੇ n ਨੇ, 100 ਓਮ ਦੇ ਕੀ ਨੇ n ਰੈਜ਼ਿਸਟਰ ਨੇ, 1/100 1/100 1/100 1/100 n ਟਾਈਮਸ। ਇਕੁਇਵਲੈਂਟ ਰੈਜ਼ਿਸਟੈਂਸ ਕਿੰਨੀ ਹੈ 25 ਹੈ, ਤਾਂ n/100 is equal to 25, ਠੀਕ ਹੈ। ਇੱਕ is equal to 1/25, ਇਥੋਂ ਕੈਲਕੂਲੇਟ ਕਰ ਲਓ, n ਆ ਜੂਗਾ 4। ਇਹਦਾ ਮਤਲਬ ਕੀ ਆ 100 ਓਮ ਦੇ ਜੇ ਆਪਾਂ 4 ਰੈਜ਼ਿਸਟਰ ਪੈਰਲਲ ਦੇ ਵਿੱਚ ਲਾਈਏ ਤਾਂ ਆਪਣੇ ਕੋਲ ਇਸ ਤਰ੍ਹਾਂ ਨਾਲ ਲਾਈਏ, ਠੀਕ ਹੈ। ਇਹਦਾ ਡਾਇਗਰਾਮ ਆ ਬਣ ਜੂ, ਇੱਥੇ 25 ਵੋਲਟ ਲਿਖ ਲਓ, ਇੱਥੇ ਸਵਿਚ ਲੱਗ ਗਈ, ਇੱਥੇ 25 ਵੋਲਟ ਆ ਗਿਆ 100 ਓਮ 100 ਓਮ 100 ਓਮ 100 ਓਮ। ਹੁਣ ਦੇਖੋ ਭਾਵੇਂ ਜੇ ਇਹਨੂੰ ਚੈੱਕ ਕਰਨਾ ਚੈੱਕ ਵੀ ਕਰ ਸਕਦੇ ਹੋ, 100 ਓਮ ਦਾ ਪੈਰਲਲ ਚ ਦੇਖੋ ਕਿੰਨਾ ਬਣੂਗਾ, 100 ਓਮ 4 ਵਾਰ ਪੈਰਲਲ ਚ ਲਾ ਕੇ 25 ਬਣ ਜੂਗਾ, ਠੀਕ ਹੈ। 25 ਓਮ ਬਣ ਗਿਆ,
ਇਕੁਇਵਲੈਂਟ ਰੈਜ਼ਿਸਟੈਂਸ ਬਣ ਗਈ, ਟੋਟਲ ਕਰੰਟ ਕੱਢ ਲਓ, V ਨਿਕਲੂ IR ਲਾ ਕੇ 1 ਐਂਪੀਅਰ ਨਿਕਲੂਗਾ, ਕਿੰਨਾ ਨਿਕਲੂ 1 ਐਂਪੀਅਰ ਨਿਕਲੂ। ਇਹ 'ਚ ਕੀ ਬੇਟਾ ਮੰਤਰ ਪੜ੍ਹਨੀ ਸੀ, ਮੈਨੂੰ ਤਾਂ ਸਮਝ ਨਹੀਂ ਆਈ, ਠੀਕ ਹੈ। ਤਾਂ ਇਹ ਨਾਰਮਲ ਸੀ ਨੂਮੈਰੀਕਲ, ਥੋੜਾ ਜਿਹਾ ਧਿਆਨ ਦੇਣਾ ਸੀਗਾ ਤਾਂ ਹੋ ਜਾਣੇ ਸੀਗੇ ਇਹ, ਠੀਕ ਹੈ। ਤਾਂ ਥੋੜਾ ਜਿਹਾ ਆਪਦਾ ਟੈਕਨੀਕਲੀ ਦਿਮਾਗ ਨੂੰ ਸ਼ਾਂਤ ਰੱਖ ਕੇ ਟੈਸਟ ਕਰਿਆ ਕਰੋ, ਠੀਕ ਹੈ ਜੀ। ਤਾਂ ਇਹ ਸੀ ਆਪਣਾ ਟੈਸਟ ਜਿਹੜਾ ਤੁਹਾਨੂੰ ਪਾਇਆ ਸੀਗਾ। ਬਾਕੀ ਡਰਾਈਵ ਦਾ ਰਿਲੇਸ਼ਨ ਬਿਟਵੀਨ ਹੀਟ ਪ੍ਰੋਡਿਊਸਡ ਵੈਨ ਕਰੰਟ, ਉਹ ਤਾਂ ਤੁਹਾਨੂੰ ਆਉਂਦਾ ਹੀ ਸੀ ਸਾਰਿਆਂ ਨੂੰ, ਠੀਕ ਹੈ ਬੇਟਾ। ਤਾਂ ਇਸ ਤਰ੍ਹਾਂ ਨਾਲ ਆਪਣਾ ਟੈਸਟ ਹੋ ਗਿਆ, ਚੈਪਟਰ ਆਪਣਾ ਕੰਪਲੀਟ ਹੋ ਚੁੱਕਿਆ ਹੈਗਾ। ਅੱਜ ਲਈ ਇੰਨੇ ਬੇਟਾ, ਕੱਲ ਨੂੰ ਮਿਲਦੇ ਹਾਂ। ਹੈਵ ਨਾਈਸ ਈਵਨਿੰਗ।